इंदिरा तो लैके हुण तक मैं सारे राज देख ले, कुछ नहीं मिले। खाली फड़ के लै जाती, रहन बसेरे से थोड़ी जी, उत्थों आएगा 10 बजे 11 बजे पैदल आएगा, इत्थे तक पहुँचते पहुँचते बंदे की दिहाड़ी गई। आधे से ज़्यादा बंदे इतने काम करके खाने वाले हैं, उधर आंदे आंदे बंदा पैदल आंदे आंदे थक जाता, दूसरी बार उसका टाइम पूरा हो जाता, दिहाड़ी नहीं मिलती। गवर्नमेंट से ये रिक्वेस्ट है, जो बंदा इतने काम करता उन्होंने रिक्वेस्ट ये है कि काम दे दे। काम करने को सारे बंदे तैयार हैं। सरकार नालों बहुत बेहतर जी आम पब्लिक है, साढ़े सेठ लोग ने, लाले लोग ने, या आम जो भी है, बहुत वधिया सेवा कर रहे हैं। लॉकडाउन तो लेके हुण तक कर रहे हैं। जो आज ले गए कल छोड़ते हैं, एक ही दिहाड़ी साथ देते हैं। मतलब ऐसा है, हम लोग गरीब आदमी हैं तो हमको 2 दिहाड़ी चाहिए उसको। जूस, बिस्कुट, समोसा, कचौड़ी जो खाने का कौन दे के जाता है? तो गाड़ी वाले दे जाते हैं। रोज सुबह शाम 6 बजे चाय भरते हैं, 4 बजे चाय मिलती है। ਕੜਾਕੇ ਦੀ ਠੰਡ ਪੈ ਰਹੀ ਹੈ, ਕੜਾਕੇ ਦੀ ਸਰਦੀ ਹੈ। ਲੁਧਿਆਣੇ ਸ਼ਹਿਰ ਦੇ ਵਿੱਚ ਜਿਹੜੀ ਕਾਰਪੋਰੇਸ਼ਨ ਹੈ, ਇਸ ਕੰਬਾਉਣ ਵਾਲੀ ਸਰਦੀ ਤੋਂ ਠੰਡ ਤੋਂ ਬਚਾਉਣ ਵਾਸਤੇ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਬਚਾਅ ਹੋ ਜਾਵੇ ਤਾਂ ਕਾਰਪੋਰੇਸ਼ਨ ਦੇ ਜਿਹੜੇ 4 ਜ਼ੋਨ ਨੇ A B C D, ਚਾਰਾਂ ਜ਼ੋਨਾਂ ਦੇ ਵਿੱਚ ਨਾਈਟ ਸ਼ੈਲਟਰ ਦੀ ਇੱਕ ਸੇਵਾ ਹੁੰਦੀ ਹੈ ਕਿ ਉੱਥੇ ਆ ਕੇ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰ ਦੇ 6-7 ਵਜੇ ਤੱਕ ਜਿਹੜੀ ਕੜਾਕੇ ਦੀ ਠੰਡ ਹੈ ਉਹ ਜਿਹੜਾ ਗਰੀਬ ਹੈ, ਜਿਹਦੇ ਸਿਰ ਤੇ ਛੱਤ ਨਹੀਂ ਹੈਗੀ, ਉਹ ਕੱਢ ਸਕੇ। ਲੇਕਿਨ ਤੁਹਾਨੂੰ ਇਸ ਵਕਤ ਨਜ਼ਾਰਾ ਦਿਖਾਣਾ, ਰੱਖ ਬਾਗ ਦੇ ਕੋਲ ਤੁਸੀਂ ਕਤਾਰ ਦੇਖ ਸਕਦੇ ਹੋ ਕਿ ਕਰਮਵਰ ਕਿਵੇਂ ਕਤਾਰ ਦੇ ਵਿੱਚ ਇੱਕ ਨਹੀਂ ਦੋ ਨਹੀਂ ਕਈ ਲੋਕ ਇਸੇ ਤਰ੍ਹਾਂ ਕਤਾਰ 'ਚ ਬੈਠੇ ਹੋਏ ਨੇ ਤੇ ਰਾਤ ਦੇ ਐਦਾਂ ਹੀ ਜ਼ਮੀਨ ਦੇ ਉੱਪਰ ਕੁਝ ਕੰਬਲ ਵਿਛਾ ਕੇ ਕੋਈ ਨਾ ਕੋਈ ਦਾਨੀ ਸੱਜਣ ਇਹਨਾਂ ਨੂੰ ਕੰਬਲ ਦੇ ਜਾਂਦੇ ਆ ਤਾਂ ਉਹ ਕੰਬਲ ਵਗੈਰਾ ਲੈ ਕੇ ਇਹ ਰਾਤ ਵੀ ਇੱਥੇ ਹੀ ਕੱਟਦੇ ਆ। ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਸਰਕਾਰ ਨੇ ਬਿਨਾਂ ਛੱਤ ਵਾਲੇ ਇਹਨਾਂ ਗਰੀਬਾਂ ਵਾਸਤੇ ਨਾਈਟ ਸ਼ੈਲਟਰ ਬਣਾਏ ਆ ਹਰੇਕ ਜ਼ੋਨ ਦੇ ਵਿੱਚ A B C D, ਜੇ ਆਪਾਂ ਗੱਲ ਕਰੀਏ ਚਾਹੇ ਉਹ ਢੋਲੇਵਾਲ ਕੋਲ ਹੋਵੇ ਚੌਂਕ ਕੋਲ, ਚਾਹੇ ਘੋੜਾ ਕਲੋਨੀ, ਚਾਹੇ ਆਪਣੇ ਜਿਹੜਾ ਹੰਬੜਾ ਰੋਡ ਦੇ ਕੋਲ ਬਣਿਆ ਹੋਇਆ ਉਹ ਹੋਵੇ, ਚਾਹੇ ਜਿਹੜਾ ਘੰਟਾ ਘਰ ਹੈ ਉਹਦੇ ਕੋਲ ਹੋਵੇ, 4 ਨਾਈਟ ਸ਼ੈਲਟਰ ਨੇ। ਪਰ ਕੀ ਕਾਰਨ ਹੈ ਕਿ ਇਹ ਲੋਕ ਨਾਈਟ ਸ਼ੈਲਟਰ 'ਚ ਨਹੀਂ ਜਾਂਦੇ, ਜਦ ਕਿ ਇੱਥੇ ਸੜਕਾਂ ਦੇ ਕਿਨਾਰੇ, ਸੜਕ ਦੇ ਕੰਢੇ ਆਪਣੀ ਪੂਰੀ ਜਿਹੜੀ ਰਾਤ ਹੈ ਠੰਡ ਭਰੀ ਉਹ ਬਿਤਾ ਰਹੇ ਆ। ਉਹਨੇ ਗੱਲਬਾਤ ਕਰਦੇ ਆ ਕੀ ਕਾਰਨ ਹੈ ਜੀ ਵੀ ਇੱਥੇ ਸਾਰੇ ਰਾਤ ਨੂੰ ਸੌਂਦੇ ਨੇ ਜਿਹੜੇ बने हुए ने नाइट शेल्टर, वहाँ पर आप क्यों नहीं जाते, क्या कारण है? नहीं, हम तो खाने कुछ नहीं मिलती, ना खाना ना कुछ देते, कुछ नहीं देते हमको सर। रात हम ऐसे भूखे रहते, कभी कभी कुछ नहीं आती बस। नहीं, नाइट शेल्टर जो होते हैं वो रात में रहने के लिए होते हैं, खाने के लिए तो अभी तक वो ऐसी सुविधा कोई नहीं है। कुछ अजय भी लोग हैं जिन्हों के कहना है कि उत्थे खान पीने की सुविधा होनी चाहिए है, तो यहाँ पर आपको फिर खाने पीने के लिए कैसे सामान आता है? मिलता है खाना मिलता है बस, रहने का दूध वगैरह और जूस भी, दूध, जूस, बिस्कुट, समोसा, कचौड़ी जो खाने का कौन दे के जाता है? तो गाड़ी वाले दे जाते हैं। रोज सुबह शाम 6 बजे चाय भरते हैं, 4 बजे चाय मिलती है। ठीक है। सो शायद ਜਿਹੜੇ ਕੁਝ ਲੁਧਿਆਣਾ ਵਾਸੀ ਨੇ, ਦਾਨੀ ਸੱਜਣ ਨੇ, ਤੇ ਉਹ ਇਹਨਾਂ ਨੂੰ ਜੂਸ, ਰੋਟੀ, ਪਾਣੀ, ਬ੍ਰੈਡ, ਬਿਸਕੁਟ, ਚਾਹ ਦੇ ਕੇ ਜਾਂਦੇ ਨੇ। ਸ਼ਾਇਦ ਇਹ ਵੀ ਇੱਕ ਕਾਰਨ ਹੈ ਜਿਹਦੇ ਕਰਕੇ ਇਹ ਨਾਈਟ ਸ਼ੈਲਟਰ ਜਾ ਕੇ ਰਾਤ ਨਹੀਂ ਕੱਟਦੇ, ਕਿਉਂਕਿ ਸ਼ਾਇਦ ਉੱਥੇ ਸਰਕਾਰ ਇਹਨਾਂ ਨੂੰ ਜੂਸ ਨਹੀਂ ਪਿਲਾਉਂਦੀ। ਸੋ ਗੱਲਬਾਤ ਕਰ, ਹਾਂਜੀ ਬੋਲੋ ਜੀ ਬੋਲੋ। ਸਰਕਾਰ ਨਾਲੋਂ ਬਹੁਤ ਬਿਹਤਰ ਜਿਹੜੀ ਆਮ ਪਬਲਿਕ ਹੈ, ਸਾਡੇ ਸੇਠ ਲੋਕ ਨੇ, ਲਾਲੇ ਲੋਕ ਨੇ, ਜਾਂ ਆਮ ਜੋ ਵੀ ਹੈ, ਬਹੁਤ ਵਧੀਆ ਸੇਵਾ ਕਰ ਰਹੇ ਨੇ। लॉकडाउन तो लेके हुण तक कर रहे हैं। ठीक है जी। सरकार की कर रही है, कुछ नहीं कर रही, खाली फड़ के लै जाती है, रहन बसेरे से छोड़ दी, उत्थों आएगा 10 बजे 11 बजे पैदल आएगा, 40 किलोमीटर 30 किलोमीटर सुट के आ रही है, इत्थे तक पहुँचते पहुँचते बंदे की दिहाड़ी गई, इत्थे फिर बैठे भीख मंगे। सर देखो ਅਸੀਂ ਨਹੀਂ, ਸਰਕਾਰ ਤੋਂ ਮੰਗ ਕੀ ਕਰਦੇ ਹੋ ਕਿ ਤੁਹਾਨੂੰ ਪਿਕ ਕੁਛ ਐਂਡ ਨਹੀਂ ਡ੍ਰੌਪ ਮੰਗ ਤੁਹਾਨੂੰ ਕਰਦੇ। ਲੈ ਕੇ ਛੱਡ ਕੇ ਵੀ ਜਾਣ ਕਿਵੇਂ? सर एक मिनट सर, देखो मेरी 53 साल उम्र होगी,
ਇੰਦਰਾ ਤੋਂ ਲੈ ਕੇ ਹੁਣ ਤੱਕ ਮੈਂ ਸਾਰੇ ਰਾਜ ਵੇਖ ਲਏ, ਕੁਛ ਨਹੀਂ ਮਿਲਿਆ। ਸੋ ਹੋਰ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਐਕਚੁਅਲੀ ਸਮੱਸਿਆ ਕੀ ਹੈ। ਇੱਕ ਤਾਂ ਪੁਆਇੰਟ ਆ ਗਿਆ, ਕਹਿੰਦੇ ਵੀ ਜਿਹੜੇ ਰਹਿਣ ਬਸੇਰੇ ਬਣੇ ਆ ਨਾਈਟ ਸ਼ੈਲਟਰ, ਉਹ ਰਹਿਣ ਬਸੇਰਿਆਂ 'ਚ ਸਾਨੂੰ ਲੈ ਜਾਂਦੇ ਆ, ਲੇਕਿਨ ਉਸ ਤੋਂ ਬਾਅਦ ਸਾਨੂੰ ਵਾਪਸ ਜਿੱਥੇ ਜਿੱਥੇ ਅਸੀਂ ਆਉਣਾ ਹੈ, ਜਿੱਥੇ ਕੁਝ ਕੰਮ ਕਰਨਾ ਹੈ ਜਾਂ ਕੋਈ ਖਾਣਾ ਪੀਣਾ, ਸਾਨੂੰ ਉੱਥੇ ਤੱਕ ਦੀ ਫੈਸਿਲਿਟੀ ਪ੍ਰੋਵਾਈਡ ਨਹੀਂ ਕਰਦੇ। ਹੋਰ ਗੱਲਬਾਤ ਕਰਦੇ। ਹਾਂਜੀ, ਤੁਹਾਡੇ ਕੋਲ ਕੁਝ ਹੈ ਬੋਲਣ ਵਾਸਤੇ? पहुँचते नहीं है सर, लेकिन वहाँ से 8 किलोमीटर दूर लेके जाते हैं, लेकिन वो बंदे वापसी भी पहुँचा के लेके हम तैयार हैं जाने के लिए। खाना दे रहे हैं, सब कुछ दे रहे हैं, कोई बात नहीं, लेकिन यहाँ भी पहुँचा दे, वहाँ से 10 किलो, किसी के जेब में पैसे होते हैं, किसी के जेब में नहीं होते हैं, ठीक है। कई बंदे 10 रुपए भी जेब में नहीं होता है, वो कहाँ से वापस तो आएंगे। पैसों के लिए कुछ दिहाड़ी या कुछ काम आपको नहीं मिलता? हमको मिलता है काम वहाँ से 10 बजे पहुँचाएंगे, 10 बजे के बाद कौन सा काम मिलेगा? हम यहाँ पहुँचते पहुँचते 10 बज जाता है। तो आपका कहना है कि अगर आपको रात को लेकर जाते हैं तो सुबह 6-7 बजे छोड़कर भी जाएं, छोड़ जाए। ठीक है। अभी वो आपको करते नहीं है ऐसा। चलो कुछ और गलबात करते हैं। हाँ जी, तुम कुछ कहना चाहते हो? जाने को तो सर आप चले जाएंगे, कोई दिक्कत नहीं है। भूखे पैसे बंदा एक रात तो रह जाएगा, कोई दिक्कत नहीं है। आंदे आंदे बंदा थक जाता है, पहली गल। दूसरी गल, इतने आके बंदे की दिहाड़ी मिल जाती है। आधे से ज़्यादा बंदे इतने काम करके खाने वाले हैं, उधर आंदे आंदे बंदा पैदल आंदे आंदे थक जाता। दूसरी बार उसका टाइम पूरा हो जाता, दिहाड़ी नहीं मिलती। गवर्नमेंट से ये रिक्वेस्ट है, जो बंदा इतने काम करता, उन्होंने रिक्वेस्ट ये है कि काम दे दे। काम करने को सारे बंदे तैयार हैं, काम दे दे। काम में आपका कोई पीछे नहीं हटने वाले। शौक से इतने नहीं रह रहे, एक मजबूरी है हर एक बंदे की। थैंक यू सर। ठीक है। हाँ जी, आप कुछ कहना चाहते हो जी? मेरे को कुछ नहीं, मैं रोजी रोटी करता हूँ। ठीक है। आपने बोला सरकार से कुछ चाहिए तो बोलो। हाँ। मेरे को बस यहीं पे कुछ नहीं, 500-1000 रुपये में कर लूँगा दिहाड़ी करके। ये कबूतर है ना, सब लोग दानी लोग आके दाना डालते हैं, हाँ। मैं यहीं पे बिजनेस शुरू कर लूँगा। आप इजाज़त दे सकते हो तो मैं कल से यहाँ पे दाना बिक्री करूँगा, वो भी एक रोजी रोटी अपना काम करके खाऊँगा। बिल्कुल ठीक है। आप इतना दिला दीजिए, वही मेहरबानी है। ठीक है। मेरे को यहाँ रहने की ज़रूरत नहीं, कमरा है, आराम से दाना बेचूँगा, अपना रोजी रोटी कमा के खा लूँगा। हिला करोगे। हाँ, और दूसरी बात, जितने भी जाते हैं ना ठेकेदार के साथ 22-24 घंटा भी काम करते हैं, मगर एक ही दिहाड़ी में। इसके बारे में किसी अगर ने दिहाड़ी की बात करें सरकार तो को हमें आपको नहीं आपकी देती। दिहाड़ी कौन, आपका जो मालिक है वो दिहाड़ी नहीं देता कि कारण क्या देता है? है। हाँ, मगर दिहाड़ी जायज चाहिए ना, 24 घंटा काम करने 500 रुपये मिलता है। ठीक है। उसके बारे में सरकार ने सोचा? आपने तो बोला सरकार ये करो वो करो, कुछ नहीं सरकार से उम्मीद। मगर हमें तो उम्मीद यही है, अगर चाहिए तो जायज हमारे जितनी दिहाड़ी बनती है ना उतना चाहिए बस। जायज को आप कितना जायज समझते हो? कितने पैसों को आप जायज समझते हैं? वो आप खुद देख लो। सर 600 रुपये रेट है लेबरों का, 8 घंटे के 600 रुपये। आम मंडी में लेबर चौक में रेट लगा हुआ, बोर्ड टांगे हुए हैं। हम बिल्कुल तैयार हैं, हाथ तोड़ के मेहनत करके खून पसीना बगा के हम 8 घंटा ड्यूटी करने को तैयार हैं, पर हमें काम चाहिए। हाँ जी, बोलिए। ऐसा है, जो आज लेंगे कल छोड़ते हैं, एक ही दिहाड़ी साथ देते हैं। मतलब ऐसा है, हम लोग गरीब आदमी हैं तो हमको 2 दिहाड़ी चाहिए उसमें। 24 घंटा काम करके एक दिहाड़ी मैंने मिलता है, यहीं पे कहने का देखा है, यहीं पे देखा है, कबूतर का दाना बेच भी लूँगा ना, मैं अपना परिवार पाल सकता हूँ। बस इतना कर दीजिए अगर कर सकता है। सरकार से कोई उम्मीद नहीं है, आप आए उसके लिए आपके बहुत धन्यवाद करता हूँ। अगर इतना कमेटी है यहाँ पे, कबूतर का जो दाना बेचते हैं ना कमेटी यहाँ पे, तो मैं कल से यहाँ पे अपना थोड़ा बहुत दाना लेके वहीं से 500 से हो चाहे 1000 से। हाँ जी, आप कुछ कहना चाह रहे हो? हाँ जी, बोलिए। आप क्या बाबू देखो, लेबरे से सारा काम चलता है। लेबरे को बढ़िया से अगर पैसा ना मिले तो बाबू कमा के क्या करेंगे? मेहनत भी बहुत करने पड़ते हैं। और सारा दुनिया ये लेबरे से काम चल रहा है। बस बाबू दिहाड़ी बढ़िया चले, काम करने के लिए बंदा तैयार रहेगा, एनी टाइम रहता है, कोई दिक्कत नहीं। सब उनकी तनख्वाह बढ़वा दीजिए, बस इसी आपसे यही रिक्वेस्ट है, यही कृपा है, और कोई शिकायत नहीं। ਸੋ ਇੱਥੇ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਹਲੇ ਤੱਕ ਪਤਾ ਲੱਗ ਰਿਹਾ ਹੈ। ਕੁਝ ਇੱਕਾ ਦੁੱਕਾ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਦੇ ਸ਼ਾਇਦ ਸਰੀਰ ਸਾਥ ਨਹੀਂ ਦੇ ਰਹੇ, ਉਹ ਸ਼ਾਇਦ ਮਿਹਨਤ ਨਾ ਕਰ ਪਾਉਣ, ਕੰਮ ਨਾ ਕਰ ਪਾਉਣ। ਲੇਕਿਨ ਜੇ ਮੈਂ ਗੱਲ ਕਰਾਂ ਤਾਂ 90% ਜਿਹੜੇ ਇੱਥੇ ਲੋਕ ਨੇ ਉਹ ਕੰਮ ਮੰਗ ਰਹੇ ਆ, ਉਹ ਕੰਮ ਕਰਨਾ ਚਾਹੁੰਦੇ ਆ, ਉਹਨਾਂ ਦੀ ਨੀਅਤ ਹੈ ਕੰਮ ਕਰਨ ਦੀ। ਉਹ ਕਹਿੰਦੇ ਆ ਕਿ ਅਸੀਂ ਕੰਮ ਕਰਨ ਨੂੰ ਤਿਆਰ ਆ, ਪਰ ਸਾਡਾ ਜਿਹੜਾ ਇੱਕ ਸਿਸਟਮ ਬਣਾਇਆ ਜਾਵੇ, ਅਸੀਂ ਜਿੰਨੀ ਮਿਹਨਤ ਕਰਦੇ ਆ ਉਸ ਮਿਹਨਤ ਦੇ ਹਿਸਾਬ ਨਾਲ ਸਾਨੂੰ ਉਨੇ ਪੈਸੇ ਵੀ ਦਿੱਤੇ ਜਾਣ। ਕਿਉਂਕਿ ਕਈ ਵਾਰ 8 ਘੰਟੇ ਦੀ ਦਿਹਾੜੀ ਹੁੰਦੀ ਹੈ, ਲੇਕਿਨ 16 ਘੰਟੇ, ਕਈ ਵਾਰ ਤਾਂ 20 ਘੰਟੇ ਲਵਾ ਕੇ ਵੀ ਅੱਧੀ ਦਿਹਾੜੀ ਉਹਦੇ ਮੁਕਾਬਲੇ ਨਹੀਂ ਦਿੱਤੀ ਜਾਂਦੀ। ਸੋ ਉਸ ਨੂੰ ਲੈ ਕੇ ਉਹਨਾਂ ਦੇ ਮਨ 'ਚ ਇੱਕ ਰੋਸ ਹੈ। ਨਾਲ ਦੇ ਨਾਲ ਇਹ ਵੀ ਕਹਿੰਦੇ ਆ, ਧੰਨਵਾਦ ਵੀ ਕਰਦੇ ਆ ਜੇ ਲੁਧਿਆਣਾ ਵਾਸੀ ਨੇ ਜਿਨ੍ਹਾਂ ਨੇ ਵੱਡੇ ਦਿਲ ਦੇ ਨਾਲ ਹਮੇਸ਼ਾ
ਇਹਨਾਂ ਨੂੰ ਕੁਛ ਨਾ ਕੁਛ ਕੰਬਲ ਕੱਪੜਾ ਲੀੜਾ ਖਾਣ ਪੀਣ ਨੂੰ ਚਾਹ ਦੁੱਧ ਜੂਸ ਤੱਕ ਕਿਸੇ ਨੇ ਦੱਸਿਆ ਕਿ ਜੂਸ ਤੱਕ ਵੀ ਸਾਨੂੰ ਦੇ ਕੇ ਜਾਂਦੇ ਆ। ਸੋ ਇਹ ਬਹੁਤ ਵੱਡੀ ਗੱਲ ਹੈ। ਇੱਥੇ ਲੁਧਿਆਣਾ ਵਾਸੀਆਂ ਦਾ ਵੱਡਾ ਦਿਲ ਦਿਖਦਾ ਹੈ ਕਿ ਕਿਸ ਤਰ੍ਹਾਂ ਜਿਹੜੇ ਪ੍ਰਵਾਸੀ ਮਜ਼ਦੂਰ ਜਾਂ ਪ੍ਰਵਾਸੀ ਲੋਕ ਪੰਜਾਬ ਦੇ ਬਾਹਰੋਂ ਸੂਬਿਆਂ 'ਚੋਂ ਵੀ ਆਏ ਨੇ ਉਹਨਾਂ ਨੂੰ ਵੀ ਭੁੱਖੇ ਨਹੀਂ ਰੱਖਿਆ ਜਾ ਰਿਹਾ। ਲੇਕਿਨ ਨਾਲ ਦੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਜੇ ਸਰਕਾਰ ਜਾਂ ਕਾਰਪੋਰੇਸ਼ਨ ਜਿਨ੍ਹਾਂ ਨੇ ਨਾਈਟ ਸ਼ੈਲਟਰ ਬਣਾਏ ਨੇ ਰਹਿਣ ਬਸੇਰੇ ਬਣਾਏ ਹੋਏ ਨੇ ਲੇਕਿਨ ਉਹ ਇੰਨੇ ਕੁ ਦੂਰ ਹੋ ਜਾਂਦੇ ਆ ਜਿੱਥੋਂ ਅਸੀਂ ਕਿਤੇ ਆ ਕੇ ਅੱਡੇ ਤੋਂ ਕਿਸੇ ਲੇਬਰ ਚੌਕ ਤੋਂ ਜਾਂ ਕਿਸੇ ਹੋਰ ਜਗ੍ਹਾ ਤੇ ਆ ਕੇ ਅਸੀਂ ਕੰਮ ਲੈਣਾ ਸੋ ਉੱਥੇ ਆ ਕੇ ਸਾਨੂੰ ਕਈ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਅਸੀਂ ਕੰਮ ਨਹੀਂ ਕਰ ਪਾਉਂਦੇ। ਸੋ ਕਿਤੇ ਨਾ ਕਿਤੇ ਸਮਾਂ ਵੀ ਕੱਟ ਰਹੇ ਆ ਬਤੀਤ ਕਰ ਰਹੇ ਆ। ਜਿਹਨੂੰ ਸ਼ਾਇਦ ਕੰਮ ਨਹੀਂ ਮਿਲ ਰਿਹਾ ਤਾਂ ਉਹ ਆਪਣੀ ਤਾਸ਼ ਵਗੈਰਾ ਵੀ ਕੁੱਟ ਰਹੇ ਆ ਤਾਸ਼ ਵਗੈਰਾ ਵੀ ਖੇਡ ਰਹੇ ਆ ਕਿਉਂਕਿ ਕਿਸੇ ਨਾ ਕਿਸੇ ਬਹਾਨੇ ਕਹਿੰਦੇ ਆ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਸੋ ਜੇ ਕੋਈ 100 ਤੋਂ 90% ਕੰਮ ਮੰਗਦੇ ਪਏ ਆ ਮਿਹਨਤ ਨੂੰ ਤਿਆਰ ਨੇ ਤਾਂ ਕੁਝ 10% ਵਧੀਆ ਦਾਨੀ ਸੱਜਣਾ ਵੱਲੋਂ ਖਾ ਪੀ ਕੇ ਆਪਣਾ ਹਲਕਾ ਜਿਹਾ ਇੰਜੋਏ ਵੀ ਕਰ ਰਿਹਾ ਆਪਣੀ ਤਾਸ਼ ਵੀ ਖੇਡ ਰਿਹਾ। ਸੋ ਨਾਲ ਦੇ ਨਾਲ ਤੁਹਾਨੂੰ ਦਿਖਾ ਦਿੰਦੇ ਆ ਕਿ ਕੁਝ ਇੱਥੇ ਪੜ੍ਹੇ ਲਿਖੇ ਵੀ ਨੇ ਹੱਥਾਂ 'ਚ ਅਖਬਾਰ ਫੜੇ ਹੋਏ ਨੇ ਅਖਬਾਰ ਪੜ੍ਹ ਰਹੇ ਆ। ਸੋ ਇੱਕ ਸਿੰਪਲ ਜੀ ਗੱਲ ਹੈ ਕਿ ਜਿਹੜਾ ਬੰਦਾ ਅਖਬਾਰ ਪੜ੍ਹ ਰਿਹਾ ਜਾਂ ਅਖਬਾਰ ਦੇ ਕੁਛ ਨਿਗਾਹ ਮਾਰ ਰਿਹਾ ਤਾਂ ਉਹਨੂੰ ਕੁਝ ਸਮਝ ਆਉਂਦਾ ਹੈ ਉਹ ਅਨਪੜ੍ਹ ਨਹੀਂ ਹੈ ਤਾਂ ਉਹ ਕੋਈ ਇਹੋ ਜਿਹਾ ਕੰਮ ਵੀ ਕਰ ਸਕਦਾ ਹੈ ਜਿਹਦੇ ਨਾਲ ਆਪਣੀ ਉਹ ਰੋਜੀ ਰੋਟੀ ਕਮਾ ਸਕੇ। ਸੋ ਇਹਨਾਂ ਦਾ ਤੁਸੀਂ ਇਸ ਵਕਤ ਹਾਲ ਦੇਖ ਸਕਦੇ ਹੋ ਕਿ ਆਪਣਾ ਆਰਾਮ ਨਾਲ ਬੈਠੇ ਆ ਆਪਣਾ ਖਾ ਪੀ ਰਹੇ ਆ ਪਰ ਕਿਤੇ ਨਾ ਕਿਤੇ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਜੇ ਕਾਰਪੋਰੇਸ਼ਨ ਰਹਿਣ ਬਸੇਰੇ ਖੋਲ੍ਹੇ ਹੋਏ ਨੇ ਜੇ ਇਹਨਾਂ ਨੂੰ ਬੱਸ ਲੈਣ ਆਉਂਦੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਰਾਤ ਕਟਾਉਣ ਤੋਂ ਬਾਅਦ ਸਾਨੂੰ ਸਵੇਰੇ ਇੱਥੇ ਛੱਡ ਕੇ ਵੀ ਜਾਣ ਜਾਂ ਜਿੱਥੇ ਜਿੱਥੇ ਜਾ ਕੇ ਅਸੀਂ ਕਿਤੇ ਕੰਮ ਲੱਭ ਸਕਦੇ ਹਾਂ ਜਿੱਥੇ ਜਿੱਥੇ ਜਾ ਕੇ ਕੁਝ ਲੋਕ ਆ ਕੇ ਲੇਬਰ ਨੂੰ ਦਿਹਾੜੀਆਂ ਤੇ ਲੈ ਕੇ ਜਾਂਦੇ ਨੇ ਕਿਸੇ ਨੂੰ 1 ਦਿਨ ਵਾਸਤੇ 2 ਦਿਨ ਵਾਸਤੇ ਜਾਂ ਕੋਈ ਸਿਸਟਮ ਬਣਦਾ ਤਾਂ ਸਾਨੂੰ ਦਿਹਾੜੀ ਪੂਰੀ ਮਿਲੇ ਅਸੀਂ ਉਹ ਵੀ ਕੰਮ ਕਰ ਲਈਏ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਸਰਕਾਰ ਲੈ ਤਾਂ ਜਾਂਦੀ ਹੈ ਲੇਕਿਨ ਖਾਲੀ ਪੇਟ ਨੀਂਦ ਨਹੀਂ ਆਉਂਦੀ ਕਿਉਂਕਿ ਸਰਕਾਰ ਬੱਸਾਂ 'ਚ ਸ਼ਾਮ ਨੂੰ ਆਉਂਦੀ ਹੈ ਕਾਰਪੋਰੇਸ਼ਨ ਇਹਨਾਂ ਨੂੰ ਲੈ ਜਾਂਦੀ ਹੈ ਪਰ ਸਵੇਰ ਤੱਕ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਾਫ਼ ਪਾਣੀ ਵੀ ਪੀਣ ਨੂੰ ਨਹੀਂ ਮਿਲਦਾ ਜਦ ਕਿ ਜੇ ਸੜਕਾਂ ਦੇ ਸਾਈਡਾਂ ਤੇ ਸੌਂਦੇ ਆ ਫੁੱਟਪਾਥਾਂ ਤੇ ਤਾਂ ਜਿਹੜੇ ਲੁਧਿਆਣਾ ਦੇ ਜਿਹੜੇ ਕੁਝ ਦਾਨੀ ਲੋਕ ਨੇ ਉਹ ਪਾਣੀ ਤਾਂ ਛੱਡੋ ਚਾਹ ਦੁੱਧ ਜੂਸ ਤੱਕ ਵੀ ਇਹਨਾਂ ਨੂੰ ਮੁਹੱਈਆ ਕਰਵਾ ਜਾਂਦੇ ਆ। ਸੋ ਗੱਲ ਉਹੀ ਹੈ ਕਾਰਪੋਰੇਸ਼ਨ ਨੂੰ ਸੋਚਣ ਦੀ ਲੋੜ ਹੈ ਕਿ ਕਿੱਥੇ ਬੈਲੈਂਸ ਨਹੀਂ ਬਣ ਪਾ ਰਿਹਾ ਕਿਉਂਕਿ ਜਿਹੜੀ ਲੇਬਰ 10-15% ਲੋਕਾਂ ਨੂੰ ਛੱਡ ਕੇ ਜਿਹੜੇ ਸ਼ਾਇਦ ਕੰਮ ਨਹੀਂ ਕਰਨਾ ਚਾਹੁੰਦੇ ਨੀਅਤ ਨਹੀਂ ਹੈ ਲੇਕਿਨ 85 ਤੋਂ 90% ਉਹ ਲੋਕ ਜਿਹੜੇ ਨੀਅਤ ਰੱਖਦੇ ਆ ਕੰਮ ਕਰਨ ਦੀ ਅਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੰਮ ਮੁਹੱਈਆ ਸਰਕਾਰ ਕਿਉਂ ਨਹੀਂ ਕਰਵਾ ਪਾਉਂਦੀ ਜਾਂ ਅਜਿਹੀ ਸਿਚੁਏਸ਼ਨ ਜਾਂ ਹਾਲਾਤ ਕਿਉਂ ਨਹੀਂ ਬਣਾਉਂਦੀ ਕਿ ਸਵੇਰੇ ਉਹਨਾਂ ਨੂੰ ਟਾਈਮ ਸਿਰ ਉਸ ਜਗ੍ਹਾ ਤੇ ਛੱਡ ਦੇਣ ਜਿੱਥੋਂ ਦੀ ਉਹ ਆਪਣੇ ਰੋਜੀ ਕਮਾਉਣ ਵਾਸਤੇ ਮੁਫਤ ਵਿੱਚ ਨਹੀਂ ਫਿਰ ਰਿਪੀਟ ਕਰ ਰਹੇ ਹਾਂ ਕਿ ਆਪ ਦੀ ਮਿਹਨਤ ਦੇ 200 300 400 500 ਕਮਾਉਣ ਵਾਸਤੇ ਟਾਈਮ ਸਿਰ ਸਵੇਰੇ ਵੇਲੇ ਸਿਰ ਪਹੁੰਚ ਸਕਣ ਕਿਉਂਕਿ ਕਈ ਵਾਰ ਉਹ ਕਹਿੰਦੇ ਆ ਕਿ ਅਸੀਂ ਤੁਰ ਕੇ ਆਉਂਦੇ ਆ ਤਾਂ 5-5 7-7 ਕਿਲੋਮੀਟਰ ਤੁਰਨਾ ਪੈਂਦਾ ਘੰਟਾ ਖਰਾਬ ਹੋ ਜਾਂਦਾ ਤਦ ਤੱਕ ਅੱਧੀ ਦਿਹਾੜੀ ਨਿਕਲ ਜਾਂਦੀ ਹੈ। ਜੇ ਅੱਧੀ ਦਿਹਾੜੀ ਤੁਰ ਕੇ ਉਸ ਅੱਡੇ ਤੱਕ ਪਹੁੰਚਣ ਤੇ ਨਿਕਲ ਜਾਊਗੀ ਤਾਂ ਅਸੀਂ ਕੰਮ ਕਿਸ ਟਾਈਮ ਮੰਗਾਂਗੇ ਕਿਸ ਟਾਈਮ ਕਰਾਂਗੇ ਤੇ ਕਿਸ ਟਾਈਮ ਅਸੀਂ ਆਪਣੀ ਦਿਹਾੜੀ ਕਮਾ ਕੇ ਆਪਣਾ ਖਾਣ ਪੀਣ ਦਾ ਕੋਈ ਹਿੱਲਾ ਵਸੀਲਾ ਕਰਾਂਗੇ। ਸੋ ਕਾਰਪੋਰੇਸ਼ਨ ਨੂੰ ਸਰਕਾਰ ਨੂੰ ਲੋੜ ਹੈ ਇਸ ਗੱਲ ਵੱਲ ਧਿਆਨ ਦੇਣ ਦੀ ਕਿ ਕਿਸ ਤਰ੍ਹਾਂ ਜਿਹੜੀ ਕਮੀਆਂ ਇੱਥੇ ਲੇਬਰ ਨੂੰ ਆ ਰਹੀਆਂ ਨੇ ਜਾਂ ਜਿਹੜੇ ਲੋਕ ਬਿਨਾਂ ਛੱਤ ਤੇ ਰਹਿ ਰਹੇ ਆ ਉਹਨਾਂ ਕਮੀਆਂ ਨੂੰ ਪੂਰਾ ਕਿਵੇਂ ਕੀਤਾ ਜਾਵੇ। ਲੁਧਿਆਣਾ ਲਾਈਵ ਨਿਊਜ਼ ਲਈ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਵਪ੍ਰੀਤ ਸਿੰਘ ਬੇਦੀ।